ਕੀ ਨਾਮ ਹੈ ਸਰ ਤੁਹਾਡਾ? ਕਰਮਜੀਤ ਸਿੰਘ ਜੀ, ਕੀ ਆਪਣਾ ਟਾਈਟਲ ਹੈ ਸਰ ਇਸ ਦੇ ਵਿੱਚ ਐਸੋਸੀਏਸ਼ਨ ਦੇ ਵਿੱਚ? ਚੇਅਰਮੈਨ ਦਾ ਜੀ। ਸਰ ਅੱਜ ਤੁਸੀਂ ਇੱਥੇ ਤਹਿਸੀਲ ਦੇ ਬਾਹਰ ਰੇਲਵੇ ਤਹਿਸੀਲ ਦੇ ਬਾਹਰ ਧਰਨਾ ਰੱਖਿਆ ਹੈਗਾ, ਰੋਸ ਪ੍ਰਦਰਸ਼ਨ ਰੱਖਿਆ ਹੈਗਾ, ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਹੋਈ ਹੈਗੀ, ਕਿਸ ਕੇਸ ਦੇ ਰਿਗਾਰਡਿੰਗ ਹੋਈ ਹੈ? ਜੋ ਇਸ ਟਾਈਮ ਜੋ ਰਜਿਸਟਰੀਆਂ ਦਾ ਸਹੀ ਢੰਗ ਨਾਲ ਬਿਲਕੁਲ ਨਹੀਂ ਚੱਲ ਰਿਹਾ ਕੰਮ, ਜੋ ਹੁਣ ਇਸ ਟਾਈਮ ਦੀ ਮਤਲਬ NOCਆਂ ਦਾ ਜੋ ਚੱਕਰ ਹੈ, ਜਦ ਦੀ ਇਹ ਸਰਕਾਰ ਬਣੀ ਆ ਕੋਈ ਵੀ ਬੰਦਾ ਇਹਨਾਂ ਤੋਂ ਖੁਸ਼ ਨਹੀਂ ਹੈਗਾ। ਅਸੀਂ ਪਹਿਲਾਂ ਵੀ ਅੱਜ ਤੋਂ 2-3 ਮਹੀਨੇ ਪਹਿਲਾਂ ਕਮੇਟੀ ਦੇ ਵਿੱਚ ਧਰਨਾ ਦਿੱਤਾ ਸੀ, EO ਸਾਹਿਬ ਨੂੰ ਵੀ ਮਿਲੇ, ਜਿਹੜਾ ਕਿ ਤੁਸੀਂ ਇੰਨਾ ਲਾ ਲਓ ਵੀ ਜੋ 1990 ਦੀਆਂ ਰਜਿਸਟਰੀਆਂ ਨੇ ਉਹਨਾਂ ਦੀਆਂ ਵੀ NOCਆਂ ਮੰਗ ਰਹੇ ਨੇ, ਜਦ ਕਿ ਉਹਨਾਂ ਦੀਆਂ 25-25 30-30 ਵਾਰ ਰਜਿਸਟਰੀਆਂ ਹੋ ਚੁੱਕੀਆਂ ਨੇ। ਉਹ ਚੀਜ਼ ਦੀਆਂ ਵੀ ਇਹ ਹੁਣ NOCਆਂ ਮੰਗਦੇ ਨੇ। NOCਆਂ ਵੀ ਬਹੁਤ ਵਧੀਆ ਰੇਟ ਪੂਰੇ ਲਾ ਰਹੇ ਨੇ, ਵੀ ਮੰਨ ਲਓ 5-7 ਵਿਸਵੇ ਦਾ ਘੱਟੋ ਘੱਟ 50,000 60,000 ਲੱਖ ਰੁਪਈਏ ਤੱਕ ਵੀ ਇੱਕ ਗਰੀਬ ਬੰਦਾ ਕਿੱਥੋਂ ਇੰਨਾ ਫੋਲਟ ਕਰੂਗਾ ਜੀ। 20-25 ਸਾਲ ਜੋ ਪੁਰਾਣੇ ਪਲਾਟ ਨੇ ਉਹਨਾਂ ਤੇ ਵੀ ਬਹੁਤ ਟੈਕਸ ਲੱਗ ਰਹੇ ਨੇ ਜੀ। ਅਸੀਂ ਤਾਂ ਜਿਹੜੇ ਹੁਣ ਸਟਾਂਪ ਡਿਊਟੀਆਂ ਉਹ ਵੀ ਬਹੁਤ ਜ਼ਿਆਦਾ ਵਧਾਤੀਆਂ। ਸਾਨੂੰ ਕੋਈ ਧਰਨਾ ਦੇਣ ਦਾ ਕੋਈ ਖਾਸ ਮਕਸਦ ਨਹੀਂ ਸੀ, ਜਿਹੜੇ ਅਸੀਂ ਇਕੱਠੇ ਹੋਏ ਆ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਇਹਦੇ ਵਿੱਚ। ਅਸੀਂ ਸਿਰਫ ਇੱਕ ਡੀਲਰ ਦੇ ਤੌਰ ਤੇ ਨਹੀਂ ਅਸੀਂ ਕੋਈ ਧਰਨਾ ਦੇ ਰਹੇ, ਅਸੀਂ ਆਮ ਜਨਤਾ ਨੂੰ ਹੋ ਰਹੀਆਂ ਤੰਗੀਆਂ ਨੇ ਜਿਹੜੀਆਂ ਉਹਦੇ ਕਾਰਨ ਕਰਕੇ ਧਰਨੇ ਦੇ ਰਹੇ ਹਾਂ। ਆਮ ਜਨਤਾ ਨੂੰ ਜਿਹੜੇ ਮਤਲਬ ਪ੍ਰੋਬਲਮਾਂ ਆ ਰਹੀਆਂ ਨੇ, ਕਿਸੇ ਭੈਣ ਭਾਈ ਦਾ ਵਿਆਹ ਸ਼ਾਦੀ ਆ, ਕਿਸੇ ਨੇ ਆਪਦਾ ਬੱਚਾ ਬਾਹਰ ਭੇਜਣਾ, ਕਿਸੇ ਨੇ ਆਪਣਾ ਕੋਈ ਹੋਰ ਫੰਕਸ਼ਨ ਕਰਨਾ, ਘੱਟੋ ਘੱਟ ਜੇ ਕਿਸੇ ਬੰਦੇ ਨੇ 10 ਵਿਸਵੇ ਪਲਾਟ ਵੇਚਣਾ, ਉਹ ਬੰਦਾ ਆਪਦਾ 10 ਵਿਸਵੇ ਪਲਾਟ ਨਹੀਂ ਵੇਚ ਸਕਦਾ, ਉਹ ਆਪਦਾ ਵਿਆਹ ਆਪਦੇ ਜਵਾਕ ਦਾ ਵਿਆਹ ਨਹੀਂ ਕਰ ਸਕਦਾ। ਕਿਉਂ ਵਿਆਹ ਐ ਨਹੀਂ ਕਰ ਸਕਦਾ? ਜੇ ਅੱਜ ਅਸੀਂ NOC ਲੈਣ ਜਾਂਦੇ ਆ, ਘੱਟੋ ਘੱਟ 3-4 ਮਹੀਨਿਆਂ ਦਾ ਟਾਈਮ ਲੱਗਦਾ NOC ਨੂੰ, NOC ਨਹੀਂ ਮਿਲਦੀ। ਬਹੁਤ ਜ਼ਿਆਦਾ ਰੇਟ ਨੇ। ਅਗਲਾ 2 ਲੱਖ ਦਾ 5 ਲੱਖ ਦਾ ਪਲਾਟ ਹੁੰਦਾ, ਉਹਦੇ ਵਿੱਚੋਂ ਕਹਿੰਦੇ ਨੇ ਵੀ 1.5 ਲੱਖ ਰੁਪਈਆ ਇੱਧਰ ਭਰੋ ਜੀ। ਇਹ ਬਹੁਤ ਧੱਕਾ ਹੋ ਰਿਹਾ। ਇਹ ਗੌਰਮੈਂਟ ਨਹੀਂ ਇਸ ਤਰ੍ਹਾਂ ਦੇ ਕੰਮ ਕਰੇ ਨੇ, ਪਹਿਲਾਂ ਵੀ ਸਾਰੇ ਕੰਮ ਚੱਲੇ ਆ ਰਹੇ ਤੇ ਜਿਹੜਾ ਅੱਜ ਡੀਲਰਾਂ ਨੂੰ ਧਰਨਾ ਦੇਣਾ ਪੈ ਰਿਹਾ, ਮੈਨੂੰ ਲੱਗਦਾ ਪੂਰੀ ਜ਼ਿੰਦਗੀ 'ਚ ਪਹਿਲੀ ਵਾਰ ਡੀਲਰਾਂ ਦਾ ਧਰਨਾ ਲੱਗਿਆ। ਅੱਜ ਤੱਕ ਕਿਸੇ ਡੀਲਰ ਨੇ ਧਰਨਾ ਨਹੀਂ ਦਿੱਤਾ। ਕਿਉਂ ਹੋ ਰਹੇ ਆ ਧੱਕਾ? ਜੀ 4-5 ਮਹੀਨਿਆਂ ਤੋਂ ਬਹੁਤ ਪਰੇਸ਼ਾਨ ਹੋ ਰਹੇ ਆ। ਜਿਹੜੇ ਪਿੰਡਾਂ ਦਾ ਹਾਲ ਆ, ਪਿੰਡਾਂ 'ਚ ਇਦੋਂ ਜ਼ਿਆਦਾ ਬੁਰਾ ਹਾਲ ਆ। ਪਿੰਡਾਂ 'ਚ ਜੇ ਆਪਾਂ ਨੇ 5-7 ਵਿਸਵਿਆਂ ਦੀ ਰਜਿਸਟਰੀ ਕਰਾਉਣੀ ਆ, ਉਹਨਾਂ ਨੂੰ ਕਹਿ ਦਿੰਦੇ ਵੀ ਪੁੱਡਾ ਤੋਂ ਲੈ ਕੇ ਆਓ। ਉਹ ਸਾਨੂੰ ਕਈ ਵਾਰ ਪੁੱਛਣ ਲੱਗ ਜਾਂਦੇ ਵੀ ਪੁੱਡਾ ਕੀ ਚੀਜ਼ ਆ, ਇਹ ਵੀ ਕਿੱਥੇ ਜਾਣਾ ਪਊਗਾ। ਸਾਡੇ ਖੁਦ ਇੱਕ ਪਿੰਡ ਦੀ ਰਜਿਸਟਰੀ ਤੀ ਜਿਹੜੀ ਕਿ ਘੱਟੋ ਘੱਟ 2.5 ਮਹੀਨਿਆਂ ਬਾਅਦ ਮਸਾਂ ਹੋਈ ਆ। ਉਹ 2.5 ਮਹੀਨਿਆਂ ਬਾਅਦ ਉਹ ਰਜਿਸਟਰੀ ਮਸਾਂ ਹੋਈ ਆ। ਉਹਨਾਂ ਦੇ ਵਿਚਾਰਿਆਂ ਦੇ ਵਿਆਹ ਰੱਖਿਆ ਹੋਇਆ ਸੀ, ਉਹਨਾਂ ਨੇ ਵਿਆਹ ਕੈਂਸਲ ਕਰਕੇ ਉਹਦੀ ਡੇਟ ਅੱਗੇ ਕਰੀ ਆ। ਇਹ ਲੋਕਾਂ ਨੂੰ ਐਂ ਲੱਗਦਾ ਵੀ ਖਾਨੀ ਇਹ ਇੱਕ ਹੋਰ ਸਹਿ ਹੋ ਗਈ ਯਾਰ, ਇਹ ਵੀ ਧਰਨੇ ਦੇਣ ਲੱਗੇ। ਸਾਨੂੰ ਕੋਈ ਸ਼ੌਂਕ ਥੋੜੀ ਆ ਧਰਨੇ ਦੇਣ ਦਾ। ਜੇ ਅਸੀਂ ਸਰਕਾਰ ਨੂੰ ਜਗਾ ਰਹੇ ਹਾਂ, ਸਰਕਾਰ ਸੁੱਤੀ ਆ। ਲੋਕ ਕਹਿੰਦੇ ਤੇ ਆਮ ਜਨਤਾ ਆਮ ਸਰਕਾਰ ਆ, ਫਲਾਣੀ ਸਰਕਾਰ ਆ। ਕੋਈ ਆਮ ਸਰਕਾਰ ਨਹੀਂ, ਕੋਈ ਕੁਛ ਸਰਕਾਰ ਨਹੀਂ। ਇਹ ਜਿੰਨਾ ਇਹ ਸਰਕਾਰ ਲੋਕਾਂ ਨੂੰ ਦੁਖੀ ਕਰ ਰਹੀ ਆ, ਤੁਸੀਂ ਬੱਚੇ ਤੋਂ ਪਿੰਡਾਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਪੁੱਛੋ ਤਾਂ ਸਹੀ ਵੀ ਇਹ ਸਰਕਾਰ ਤੋਂ ਕਿੰਨੇ ਕੁ ਲੋਕ ਖੁਸ਼ ਨੇ? ਕੋਈ ਖੁਸ਼ ਨਹੀਂ ਹੈਗਾ। ਸਾਰੇ ਲੋਕ ਦੁਖੀ ਹੋਏ ਪਏ ਨੇ। ਅਸੀਂ ਦੇਖ ਲਓ ਹੁਣ ਐਸੋਸੀਏਸ਼ਨ ਸਾਨੂੰ ਬਣਾਉਣੀ ਪਏਗੀ, ਜਦ ਕਿ ਸਾਨੂੰ ਕੀ ਲੋੜ ਦੀ ਐਸੋਸੀਏਸ਼ਨਾਂ ਬਣਾਉਣ ਦੀ? ਇਹ ਸਾਰੇ ਲੋਕ ਦੁਖੀ ਨੇ। ਉਹ ਉਹਦੇ ਮੰਗਰ ਹੋ ਜਾਂਦਾ, ਉਹ ਉਹਦੇ ਮੰਗਰ ਹੋ ਜਾਂਦਾ, ਉਹਦੇ ਮੰਗਰ ਹੋ ਜਾਂਦਾ। ਦੇਖੋ ਇੱਕ ਬੰਦੇ ਨੂੰ ਅੱਗੇ ਆਪਦੀ ਆਵਾਜ਼ ਪਹੁੰਚਾਉਣ ਖਾਤਰ ਮੂਹਰੇ ਤਾਂ ਆਉਣਾ ਹੀ ਪਊਗਾ। ਜੇ ਮੂਹਰੇ ਆਵਾਂਗੇ ਤਾਂ ਆਵਾਜ਼ ਸੁਣਨਗੇ, ਨਹੀਂ ਸੁਣਨਗੇ ਤਾਂ ਇਹਨਾਂ ਦੀ ਮਰਜ਼ੀ ਆ। ਵੀ ਅਸੀਂ ਤਾਂ ਇੰਨਾ ਕਿ ਇਹ ਕਹਿੰਦੇ ਆ ਵੀ ਕੋਈ 10 ਵਿਸਵੇ ਦਾ ਪਲਾਟ ਨਹੀਂ ਵੇਚ ਸਕਦਾ, ਕੋਈ 5 ਜਿਵੇਂ 10 ਚੋਂ 5 ਨਹੀਂ ਵੇਚ ਸਕਦਾ, 5 ਚੋਂ 2.5 ਨਹੀਂ ਵੇਚ ਸਕਦਾ। ਬਹੁਤ ਬੁਰਾ ਹਾਲ ਆ ਜੀ, ਬਹੁਤ ਬੁਰਾ ਹਾਲ ਹੈ। ਸਰਕਾਰ ਨੇ ਬਸ ਲੋਕਾਂ ਦੇ ਦਮ ਕਰ ਰੱਖਿਆ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਮੁਰਦਾਬਾਦ। ਕੀ ਮੈਸੇਜ ਆ ਤੁਹਾਡਾ? ਸਰਕਾਰ ਨੂੰ ਤਾਂ ਇਹੀ ਮੈਸੇਜ ਆ, ਜਿਵੇਂ ਅੱਗੇ ਸਰਕਾਰਾਂ ਚੱਲਦੀਆਂ ਤੀਆਂ, ਅੱਗੇ ਖੁਸ਼ੀ ਸਾਰੇ ਇਹ ਹੁੰਦੀਆਂ ਤੇ ਰਜਿਸਟਰੀਆਂ ਹੁੰਦੀਆਂ ਤੇ ਸਾਰਾ ਕੁਝ ਹੁੰਦਾ ਸੀ, ਵੀ ਉਸੇ ਤਰ੍ਹਾਂ ਇਹ ਮਾਹੌਲ ਚੱਲਣਾ ਚਾਹੀਦਾ। ਆਹ ਟੈਕਸ ਟੁਕਸ ਜਿਹੜੇ ਟੈਕਸ ਨੇ NOCਆਂ ਭਰੋ ਜੀ, ਫਲਾਣਾ ਟੈਕਸ ਭਰੋ, ਕੋਈ ਟੈਕਸ ਟੁਕਸ ਨਹੀਂ ਹੋਣਾ ਚਾਹੀਦਾ। ਟੈਕਸ ਕਾਹਦਾ? ਪ੍ਰਾਪਰਟੀ ਦੇ ਕਾਹਦਾ ਟੈਕਸ ਆ ਜੀ? ਵਿਚਾਰਾ ਅਗਲਾ ਸਟਾਂਪ ਡਿਊਟੀ ਲੱਗ ਗਈ, ਇੰਨੇ ਸਟਾਂਪ ਲਾ ਦਿੰਦਾ, ਉਦੋਂ ਬਾਅਦ NOCਆਂ ਦਾ ਕੀ ਮਤਲਬ ਆ? ਜ਼ਮੀਨ ਅਗਲੇ ਦੀ ਆ,
ਪਲਾਟ ਅਗਲੇ ਦਿਨ ਉਹ ਰਜਿਸਟਰੀ ਆ, ਉਹਦੀ NOC ਕਾਹਦੀ ਲੈਣੀ ਆ? ਤੁਸੀਂ 25 ਸਾਲ ਦਾ ਕੋਈ ਆਪਣਾ ਪਲਾਟ ਖਰੀਦਿਆ, ਉਹਦੀ ਕਾਹਦੀ NOC ਆ? ਤੁਹਾਡੇ ਨਾਲ ਰਜਿਸਟਰੀ ਤਾਂ ਹੈਗੀ ਆ, ਇੰਨੇ ਟੈਕਸ ਭਰ ਕੇ ਇੰਨੇ ਤੁਸੀਂ ਉਹ ਤੇ ਸਟਾਮ ਲਾਏ ਹੋਏ ਨੇ, ਫਿਰ ਕਾਹਦੇ ਉਹ ਨੇ 10-10 ਵਾਰ ਰਜਿਸਟਰੀਆਂ ਹੋ ਰੱਖੀਆਂ ਨੇ, 15-15 ਵਾਰ। ਉਹਨਾਂ ਨੂੰ ਵੀ ਕਹਿੰਦੇ ਨੇ ਵੀ ਲਿਆਓ NOC, ਲਿਆਓ ਜੀ NOC ਲਿਆਓ, ਗਾਹਾਂ 3-3 4-4 ਮਹੀਨੇ ਮਿਲਦੀ ਨਹੀਂ NOC। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਜਿਵੇਂ ਪਹਿਲਾਂ ਦੁਨੀਆ ਚੱਲਦੀ ਆ ਉਵੇਂ ਜਿਕਰੇ ਚਲਾਈ ਜਾਓ, ਇਹ ਲੋਕ ਵੱਸਦੇ ਰਹਿ ਜਾਣਗੇ, ਨਹੀਂ ਤਾਂ ਉੱਜਣ ਦੇ ਨੇੜੇ ਹੀ ਆ ਗਏ। ਹੁਣ ਬਾਹਲਾ ਸਮਾਂ ਨਹੀਂ ਲੱਗਦਾ ਹੈਗਾ ਹੁਣ। ਹਾਂ ਹਾਂ ਸਰ, ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈਗਾ ਧੂਰੀ ਦੀ ਤਹਿਸੀਲ ਮੂਹਰੇ, ਕਿਸ ਰਿਗਾਰਡਿੰਗ ਕੀਤਾ ਗਿਆ ਹੈਗਾ, ਕੀ ਮੰਗਾਂ ਨੇ ਸਰਕਾਰ ਨੂੰ? ਸਰਕਾਰ ਦੇ ਖਿਲਾਫ NOC ਦੇ ਜਿਹੜਾ ਨਾ ਮਿਲਣ ਕਰਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਜਾਂ ਸਰਕਾਰ ਦੀ ਜਿਹੜੀ ਮਾੜੂ ਨੀਤੀਆਂ ਨੇ ਪ੍ਰਾਪਰਟੀ ਦੇ ਰਿਗਾਰਡਿੰਗ, ਉਹਦੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਮੈਂ ਤਾਂ ਸਰਕਾਰ ਨੂੰ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਜਿਵੇਂ ਇੱਕ ਬਾਪ ਦੇ ਦੋ ਨਲਾਇਕ ਜੋ ਦੋ ਪੁੱਤ ਹੁੰਦੇ ਨੇ, ਇੱਕ ਨਲਾਇਕ ਤੇ ਇੱਕ ਚੰਗਾ, ਅਸੀਂ ਤਾਂ ਮਤਲਬ ਸਰਕਾਰ ਦੇ ਰੈਵਨਿਊ ਜਨਰੇਟਿੰਗ ਐਲੀਮੈਂਟਸ ਆ, ਸਰਕਾਰ ਨੂੰ ਇੱਕ ਜਨਰੇਟ ਕਰਕੇ ਦੇ ਰਹੇ ਹਾਂ। ਹੁਣ ਮਾਨ ਸਾਹਿਬ ਗਏ ਦਿੱਲੀ, ਉੱਥੇ ਉਹ 1 ਲੱਖ ਕਰੋੜ ਰੁਪਈਆ ਮੰਗ ਰਹੇ ਨੇ। ਜੇ ਇੱਥੇ ਹੀ ਪ੍ਰੋਪਰ ਕੰਮ ਸਾਰੇ ਪਾਸੇ ਚੱਲ ਪਵੇ ਤਾਂ ਇੱਥੋਂ ਹੀ ਰੈਵਨਿਊ ਬਹੁਤ ਜਨਰੇਟ ਹੋ ਜਾਊਗਾ, ਮੰਗਣ ਦੀ ਲੋੜ ਹੀ ਨਹੀਂ ਪੈਣੀ। ਜੇ ਪ੍ਰੋਪਰ ਨੀਤੀਆਂ ਬਣਨ, ਸਾਰਾ ਕੁਝ ਸਰਲ ਹੋਵੇ ਤਾਂ ਇੱਥੋਂ ਹੀ ਰੈਵਨਿਊ ਬਹੁਤ ਜ਼ਿਆਦਾ ਜਨਰੇਟ ਹੋ ਜਾਊਗਾ ਜੀ। ਠੀਕ ਹੈ ਕਿ ਨਹੀਂ? ਅਸੀਂ ਤਾਂ ਸਰਕਾਰ ਦੇ ਕਮਾਊ ਪੁੱਤਾਂ, ਬਲਕਿ ਸਰਕਾਰ ਤੋਂ ਮੰਗਦੇ ਕੁਝ ਨਹੀਂ। ਸਾਡੇ ਦਫ਼ਤਰ ਆਪਣੇ, ਸਾਡੀ ਮਤਲਬ ਅਸੀਂ ਤਾਂ ਬਲਕਿ ਲੋਕਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਦੇ ਹਾਂ। ਕਿਸੇ ਨੇ ਕੋਈ ਸਮਾਨ ਵੇਚਣਾ ਹੈ, ਕਿਸੇ ਨੇ ਕੋਈ ਲੈਣਾ ਹੈ, ਅਸੀਂ ਤਾਂ ਦੋ ਉਹਨਾਂ ਨੂੰ ਮਿਲਾਉਂਦੇ ਹਾਂ ਆਪਸ ਦੇ ਵਿੱਚ। ਅਸੀਂ ਕਿਸੇ ਤੋਂ ਸਰਕਾਰ ਤੋਂ ਕੋਈ ਡਿਮਾਂਡ ਕਰ ਰਹੇ ਹਾਂ ਕਿ ਸਾਨੂੰ ਇਹ ਚੀਜ਼ ਫ੍ਰੀ 'ਚ ਦਿਓ, ਫ੍ਰੀ 'ਚ ਦਿਓ, ਬਲਕਿ ਅਸੀਂ ਤਾਂ ਸਰਕਾਰ ਨੂੰ ਪੈਸਾ ਜਨਰੇਟ ਕਰਕੇ ਦੇ ਰਹੇ ਹਾਂ। ਸਾਡਾ ਤਾਂ ਇਹੀ ਕੰਮ ਹੈ। ਔਰ ਜਨਰੇਟਿੰਗ ਐਲੀਮੈਂਟਸ ਨੂੰ ਤੁਸੀਂ ਤੰਗ ਕਰ ਰਹੇ ਹੋ। ਇਹ ਵੀ 25 ਮੇਰਾ ਨਾਮ ਪਵਿੱਤਰ ਸਿੰਘ ਸਿੱਧੂ ਹੈ ਜੀ। ਤੇ ਜਿਹੜਾ ਅੱਜ ਇਹ ਧਰਨਾ ਲਾਇਆ ਗਿਆ, ਇਹ ਸਰਕਾਰ ਤੋਂ ਜਿਹੜੀਆਂ NOC ਦਾ ਮਸਲਾ ਬਹੁਤ ਹੀ ਗੰਭੀਰ ਆ। ਉਹਦਾ ਕਾਰਨ ਇਹ ਹੈ ਕਿਉਂਕਿ ਇਹਦੇ ਨਾਲ ਕਈ ਵਾਰੀ ਗਲਤਫਹਿਮੀ ਹੁੰਦੀ ਹੈ ਵੀ ਇਹ ਥੋੜ੍ਹੇ ਮੋਟੇ ਬੰਦੇ ਜਿਹੜੇ ਜੁੜੇ ਹੋਏ ਨੇ ਪ੍ਰਾਪਰਟੀ ਨਾਲ, ਉਹਨਾਂ ਦੀ ਸਮੱਸਿਆ। ਮੈਂ ਸਰਕਾਰ ਦੇ ਧਿਆਨ 'ਚ ਇਹ ਗੱਲ ਲਿਆਉਣਾ ਚਾਹੁੰਦਾ, ਇਹ ਆਵਾਮ ਦੀ ਪ੍ਰੋਬਲਮ ਆ। ਕਿਉਂਕਿ ਜੇ ਦੇਖਿਆ ਜਾਵੇ ਲੋਕਾਂ ਦਾ 80% ਜਿਹੜਾ ਐਸੈਟਸ ਆ, ਜਿਹੜਾ ਲੋਕਾਂ ਦਾ ਪੈਸਾ ਸਰਮਾਇਆ, ਉਹ ਪ੍ਰਾਪਰਟੀ ਦੇ ਰੂਪ ਦੇ ਵਿੱਚ ਹੀ ਆ। ਬੈਂਕ ਲਿਕੁਇਡ ਕਿੰਨਾ ਕੁ ਰੱਖਦਾ ਅਗਲਾ, ਲਿਕੁਇਡ ਕਿੰਨਾ ਕਿਸੇ ਕੋਲੇ ਹੁੰਦਾ? ਸਾਰਾ ਜ਼ਿਆਦਾਤਰ ਜਿਹੜਾ ਪੈਸਾ ਉਹ ਪ੍ਰਾਪਰਟੀ ਦੇ ਰੂਪ 'ਚ ਹੀ ਹੁੰਦਾ। ਕਿਸੇ ਨੇ ਆਪਣੇ ਬੱਚੇ ਦੇ ਵਿਆਹ ਵਾਸਤੇ ਰੱਖਿਆ ਹੁੰਦਾ, ਕਿਸੇ ਨੇ ਕੋਈ ਬੱਚੇ ਦੀ ਫੀਸ ਭਰਨੀ ਹੁੰਦੀ ਆ, ਕਿਸੇ ਨੇ ਕੋਈ ਆਪਣਾ ਮਸਲਾ ਹੱਲ ਕਰਨਾ ਹੁੰਦਾ। ਪਰ ਪ੍ਰੋਬਲਮ ਇਹ ਆ, ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਜਦੋਂ ਲੋਕ ਅਗਲਾ ਸੌਦਾ ਵੀ ਹੋ ਜਾਂਦਾ, ਉਧਰੋਂ ਰਜਿਸਟਰੀ ਨਹੀਂ ਹੁੰਦੀ। ਰਜਿਸਟਰੀ ਨਾ ਹੋਣ ਦਾ ਕਾਰਨ ਹੁੰਦਾ ਵੀ ਉਸ ਦੀ NOC ਨਹੀਂ ਮਿਲਦੀ। NOC ਲੈਣ ਲਈ ਜਗ੍ਹਾ ਖੱਜਲ ਖੁਆਰੀ ਹੁੰਦੀ ਆ। ਕੋਈ ਸਿਸਟਮ ਨਹੀਂ ਬਣਿਆ। ਬਹੁਤ ਟਾਈਮ ਹੋ ਗਿਆ ਧੱਕੇ ਖਾਂਦਿਆਂ ਨੂੰ। ਪਹਿਲਾਂ ਵੀ ਇੱਥੇ ਮਾਨ ਸਾਹਿਬ ਆਏ ਤੇ ਉਹਨਾਂ ਨੂੰ ਵੀ ਆਪਾਂ ਨੇ ਮੈਮੋਰੈਂਡਮ ਦਿੱਤਾ ਸੀ। ਅੱਜ ਵੀ ਤਹਿਸੀਲਦਾਰ ਸਾਹਿਬ ਨੂੰ ਇਹ ਮੈਮੋਰੈਂਡਮ ਦਿੱਤਾ ਗਿਆ। ਇੱਕ ਦਿਨ ਪਹਿਲਾਂ ਤਾਰਾ ਹਵੇਲੀ ਦੇ ਵਿੱਚ ਆਏ ਸੀ, ਵਪਾਰੀਆਂ ਦੀ ਮੀਟਿੰਗ ਕਰੀ ਸੀ, ਉਸ ਦਿਨ ਵੀ ਮੈਮੋਰੈਂਡਮ ਦਿੱਤਾ ਸੀ। ਪਰ ਸਰਕਾਰ ਤੋਂ ਕੋਈ ਇਸ ਦਾ ਸਥਾਈ ਹੱਲ ਨਹੀਂ ਹੋਇਆ। ਕਿਉਂਕਿ ਇਹ ਜਿੰਨਾ ਵੀ ਜਿਹੜਾ ਭਾਈਚਾਰਾ ਇਹ ਸਰਕਾਰ ਤੋਂ ਮੰਗਦਾ ਕੁਛ ਨਹੀਂ। ਪਹਿਲੀ ਗੱਲ ਤਾਂ ਇਹ ਇੱਕ ਰੁਜ਼ਗਾਰ ਦਾ ਜ਼ਰੀਆ ਬਣੇ ਹੋਏ ਨੇ ਬੱਚੇ। ਕੋਈ ਬੰਦਾ ਆਪਦਾ ਕੰਮ ਕਰਦਾ, ਸਰਕਾਰ ਤੋਂ ਤਾਂ ਕੁਛ ਨਹੀਂ ਲੈਂਦਾ, ਆਪਦਾ ਦਫ਼ਤਰ ਖੋਲ੍ਹਦਾ, ਆਪਦਾ ਖਰਚਾ ਕਰਦਾ, ਆਪਦਾ ਖਰਚਾ ਕਰਕੇ ਦੋ ਬੰਦਿਆਂ ਦੇ ਮਸਲੇ ਹੱਲ ਕਰਦਾ। ਕਿਸੇ ਨੂੰ ਪੈਸੇ ਦੀ ਪ੍ਰੋਬਲਮ, ਉਹਦਾ ਪਲਾਟ ਵਿਕਾਉਂਦਾ, ਕਿਸੇ ਨੇ ਲੈਣਾ ਉਹਨੂੰ ਦਿਵਾਉਂਦਾ। ਸਰਕਾਰ ਤੋਂ ਤਾਂ ਕੁਛ ਨਹੀਂ ਦਾ, ਉਲਟਾ ਸਰਕਾਰ ਨੂੰ ਰੈਵਨਿਊ ਜਨਰੇਟ ਹੁੰਦਾ। ਜਿੰਨਾ ਕੰਮ ਚੱਲੂਗਾ ਇਹਦੇ ਨਾਲ ਇੱਕ ਹੋਰ ਕਈ ਵਾਰੀ ਚੱਕਰ ਕੀ ਆ, ਜੇ ਪ੍ਰਾਪਰਟੀ ਦਾ ਕੰਮ ਚੱਲਦਾ ਤਾਂ ਬਾਜ਼ਾਰ ਦੇ ਵਿੱਚ ਰੌਣਕ ਆਉਂਦੀ ਆ। ਉਹਦਾ ਕਾਰਨ ਹੁੰਦਾ ਕਿਸੇ ਨੇ ਕੋਈ 10 ਲੱਖ ਦੀ ਚੀਜ਼ ਵੇਚਤੀ, ਉਹਨੂੰ 8 ਲੱਖ ਦੀ ਜ਼ਰੂਰਤ ਆ, 2 ਲੱਖ ਰੁਪਈਆ ਉਹ ਕਿਸੇ ਨਾ ਕਿਸੇ ਹੋਰ ਆਪਦੇ ਗੁੱਡਸ ਤੇ ਖਰੀਦੂਗਾ। ਉਹਦੇ ਨਾਲ ਬਾਜ਼ਾਰ ਦੇ ਵਿੱਚ ਚੰਗਾ ਮਾਹੌਲ ਪੈਦਾ ਹੋਊਗਾ। ਜੇ ਪ੍ਰਾਪਰਟੀ ਦਾ ਕੰਮ ਰੁਕਦਾ, ਇਹਦੇ ਨਾਲ ਇਕੱਲਾ ਪ੍ਰਾਪਰਟੀ ਦਾ ਨਹੀਂ ਰੁਕਦਾ, ਇਹਦੇ ਨਾਲ ਪੂਰਾ ਬਾਜ਼ਾਰ ਆ ਜਿਹੜਾ ਉਹ ਕਲੋਜ਼ ਹੁੰਦਾ। ਸਰਕਾਰ ਨੂੰ ਇਸ ਗੱਲ 'ਚ ਧਿਆਨ ਦੇਣਾ ਚਾਹੀਦਾ। ਦੂਸਰੇ ਦਿਨ ਜੇ ਪ੍ਰਾਪਰਟੀ ਦਾ ਕੰਮ ਚੱਲਦਾ, ਕਿਸੇ ਨੇ ਕੋਈ ਘਰ ਬਣਾਉਣਾ, ਮਿਸਤਰੀਆਂ ਦਾ ਕੰਮ ਚੱਲਦਾ, ਇੱਟਾਂ ਵਾਲਿਆਂ ਦਾ ਕੰਮ ਚੱਲਦਾ, ਭੱਠਿਆਂ ਵਾਲਿਆਂ ਦਾ ਕੰਮ ਚੱਲਦਾ, ਰੇਤੇ ਬਜਰੀ ਵਾਲਿਆਂ ਦਾ ਕੰਮ ਚੱਲਦਾ, ਆਮ ਮਜ਼ਦੂਰ ਦਾ ਕੰਮ ਚੱਲਦਾ, ਸਾਰਿਆਂ ਦੇ ਚਿਹਰਿਆਂ ਤੇ ਰੌਣਕ ਆਉਂਦੀ ਆ ਜੇ ਪ੍ਰਾਪਰਟੀ ਦਾ ਕੰਮ ਚੱਲਦਾ। ਕਿਉਂਕਿ 80% ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਾਪਰਟੀ ਨਾਲ ਜੁੜੇ ਹੋਏ ਨੇ। ਸੋ ਭਾਵੇਂ ਜਿੰਨੇ ਵੀ ਕੋਈ ਵੀ ਮੁਲਾਜ਼ਮ ਆ, ਕੋਈ ਵੀ ਵਰਗ ਆ, ਹਰ ਇੱਕ ਦਾ ਕੋਈ ਨਾ ਕੋਈ ਪਲਾਟ ਹੁੰਦਾ। ਜਿਹੜੇ ਤੁਸੀਂ ਵੀ ਪੱਤਰਕਾਰ ਵੀ ਮੇਰੇ ਵੀਰ ਹੈਗੇ ਨੇ, ਉਹਨਾਂ ਦੀ ਵੀ ਇਹ ਸਮੱਸਿਆ ਹੈਗੀ ਆ। ਉਹ ਵੀ ਆਪਣੇ ਆਪ ਤੇ ਲਾ ਕੇ ਚੱਲਣ, ਉਹਨਾਂ ਨੇ ਵੀ ਕੋਈ ਨਾ ਕੋਈ ਪਲਾਟ ਕਦੇ ਵੇਚਣਾ ਹੋਊਗਾ। ਸੋ ਇਸ ਕਰਕੇ ਸਰਕਾਰ ਦੇ ਧਿਆਨ 'ਚ ਇਹ ਗੱਲ ਲਿਆਉਣੇ ਆ। ਪਿੰਡਾਂ ਦੀ ਬਹੁਤ ਵੱਡੀ ਪ੍ਰੋਬਲਮ ਆ, ਪਿੰਡਾਂ ਦੀ ਕੋਈ NOC ਨਹੀਂ ਮਿਲਦੀ। ਇਹੀ ਸਮੱਸਿਆ ਵੀ ਇਹਦਾ ਕੋਈ ਸਿੰਪਲੀਫਾਈ ਹੱਲ ਕਰਿਆ ਜਾਵੇ।
ਸਰਕਾਰ ਲੋਕਾਂ ਨੇ ਚੁਣੀ ਆ, ਲੋਕਾਂ ਨੂੰ ਪ੍ਰੋਬਲਮਾਂ ਦੇਣ ਲਈ ਨਹੀਂ ਚੁਣੀ, ਲੋਕਾਂ ਦੇ ਮਸਲੇ ਹੱਲ ਕਰਨ ਲਈ ਚੁਣੀ ਆ। ਇਸ ਲਈ ਮਾਨ ਸਾਹਿਬ ਨੂੰ ਬੇਨਤੀ ਆ ਕਿ ਉਹ ਇਹਦਾ ਵੱਲ ਧਿਆਨ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।